ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਤਖਤ ਛਤਰ ਦੇ ਮਾਲਕ, ਲੋਕ ਪਰਲੋਕ ਸਹਾਏ ਹਾਜ਼ਰ ਨਾਜ਼ਰ ਵਾਲੀਏ ਕੁਲ ਆਲਮ ਦੋ ਜਹਾਂ ਮਾਲਕ। ਗੱਦੀ ਤੇ ਬਿਰਾਜਮਾਨ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਤਿੰਨਾਂ ਦੇ ਅੱਜ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਆਏ ਮੁੱਖ ਵਾਕ ਦੇ ਅੱਖਰੀ ਵਿਚਾਰ। ਅੱਜ ਦੇ ਪਾਵਨ ਹੁਕਮ ਦੀ ਬਖਸ਼ਿਸ਼ ਦੇ ਅੱਖਰੀ ਅਰਥ ਇਸ ਪ੍ਰਕਾਰ ਹਨ ਜੀ। ਅੱਜ ਦੇ ਪਾਵਨ ਹੁਕਮ, ਅੱਜ ਦੇ ਪਾਵਨ ਮੁੱਖ ਵਾਕ ਭਗਤ ਰਵਿਦਾਸ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੇ ਹੋਏ ਧਨਾਸਰੀ ਰਾਗ ਦੇ ਅੰਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਦੇ ਪਾਵਨ ਅੰਗ 694 ਦੇ ਉੱਪਰ ਸੁਭਾਏਮਾਨ ਹਨ। ਗੁਰੂ ਪਿਆਰੀ ਸਾਧ ਸੰਗਤ ਜੀਓ, ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਸਮੂਹ ਸੰਗਤਾਂ ਆਪਣੀਆਂ ਹਾਜ਼ਰੀਆਂ ਗੁਰਦੇਵ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਲਗਾਓ, ਹੱਥ ਜੋੜੋ, ਮਸਤਕ ਝੁਕਾਓ, ਗੱਜ ਕੇ ਫਤਿਹ ਬੁਲਾਓ ਜੀ, ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਪ੍ਰਵਾਨ ਹੋਵੇ। ਗੁਰੂ ਪਿਆਰੀ ਸਾਧ ਸੰਗਤ ਜੀਓ, ਬਿਰਤੀਆਂ ਇਕਾਗਰ ਚਿੱਤ ਕਰੋ। ਆਪਾਂ ਅੱਜ ਦੇ ਪਾਵਨ ਹੁਕਮ ਦੀ ਬਖਸ਼ਿਸ਼ ਦੇ ਨਾਲ ਅੱਜ ਦੇ ਪਾਵਨ ਮੁੱਖ ਵਾਕ ਦੇ ਸ਼ਬਦੀ ਅਰਥਾਂ ਦੇ ਨਾਲ ਜੁੜਨ ਦਾ ਯਤਨ ਕਰੀਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਭਗਤ ਰਵਿਦਾਸ ਜੀ ਕੀ। ਧਨਾਸਰੀ ਭਗਤ ਰਵਿਦਾਸ ਜੀ ਕੀ। ਰਾਗ ਧਨਾਸਰੀ ਦੇ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ ਭਗਤ ਕਬੀਰ ਜੀ ਦੇ ਸਮਕਾਲੀ ਕਾਛੀ ਨਿਵਾਸੀ ਰਾਮਾਨੰਦ ਦਾ ਚੇਲਾ ਇੱਕ ਚਮਾਰ ਭਗਤ, ਜਿਸ ਦਾ ਨਾਮ ਸਾਧ ਸੰਗਤ ਜੀ ਭਗਤ ਰਵਿਦਾਸ ਜੀ ਬਾਣੀ ਦੇ ਵਿੱਚ ਦਰਜ ਹੈ। ਜਿਸ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਸਾਧ ਸੰਗਤ ਜੀ, ਉਹਨੇ ਭਗਤ ਰਵਿਦਾਸ ਜੀ। ਤੇ ਰਾਗ ਧਨਾਸਰੀ ਦੇ ਅੰਦਰ ਅੱਜ ਦੇ ਪਾਵਨ ਹੁਕਮ ਦੇ ਅੰਦਰ ਬਖਸ਼ਿਸ਼ ਕਰ ਰਹੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਓੰਕਾਰ ਸਤਿਗੁਰ ਪ੍ਰਸਾਦ ਭਾਵ ਅਕਾਲ ਪੁਰਖ ਇੱਕ ਹੈ। ਸਤਿਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਅਕਾਲ ਪੁਰਖ ਇੱਕ ਹੈ ਤੇ ਸਤਿਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਹਮ ਸਰ ਦੀਨ ਦਇਆਲ ਨ ਤੁਮ ਸਰ, ਅਬ ਪਤਿਆਰ ਕਿਆ ਕੀਜੈ। ਹਮ ਸਰ ਦੀਨ ਦਇਆਲ ਨ ਤੁਮ ਸਰ, ਅਬ ਪਤਿਆਰ ਕਿਆ ਕੀਜੈ। ਹਮ ਸਰ ਤੋਂ ਭਾਵ ਸਾਧ ਸੰਗਤ ਜੀ ਮੇਰੇ ਵਰਗਾ, ਸਰ ਵਰਗਾ ਬਰਾਬਰ ਦਾ ਦੀਨ ਨਿਮਾਣਾ ਕੰਗਾਲ।
ਅਬ ਹੋਣ ਪਤਿਆਰ ਹੋਰ ਪਰਤਾਵਾ, ਕਿਆ ਕੀਜੇ ਕੀ ਕਰਨਾ ਹੋਇਆ, ਕਰਨ ਦੀ ਕੀ ਲੋੜ ਹੈ। ਹੇ ਮਾਧੋ, ਹੇ ਮਾਲਕ ਅਕਾਲ ਪੁਰਖ ਵਾਹਿਗੁਰੂ ਜੀ, ਮੇਰੇ ਵਰਗਾ ਕੋਈ ਨਿਮਾਣਾ ਨਹੀਂ, ਮੇਰੇ ਵਰਗਾ ਕੋਈ ਨਿਮਾਣਾ ਨਹੀਂ, ਤੇ ਤੇਰੇ ਵਰਗਾ ਹੋਰ ਕੋਈ ਦਇਆ ਕਰਨ ਵਾਲਾ ਨਹੀਂ। ਮੇਰੀ ਕੰਗਾਲਤਾ ਦਾ ਹੁਣ ਹੋਰ ਪਰਤਾਵਾ ਕਰਨ ਦੀ ਲੋੜ ਨਹੀਂ। ਮੇਰੀ ਕੰਗਾਲਤਾ ਦਾ ਹੋਰ ਪਰਤਾਵਾ ਕਰਨ ਦੀ ਲੋੜ ਨਹੀਂ। ਪਤਿਆਰ ਕਹਿੰਦੇ ਨੇ ਸਾਧ ਸੰਗਤ ਜੀ ਪਰਤਾਵਾ ਪਰਖ ਨਿਰਣਾ। ਜਦੋਂ ਮੇਰੇ ਵਰਗਾ ਮਾਲਕ ਜੀ ਅਕਾਲ ਪੁਰਖ ਵਾਹਿਗੁਰੂ ਜੀ ਕੋਈ ਹੋਰ ਨਿਮਾਣਾ ਹੀ ਨਹੀਂ, ਦੀਨ ਨਹੀਂ ਸਾਧ ਸੰਗਤ ਜੀ, ਦੀਨ ਕਹਿੰਦੇ ਨੇ ਨਿਮਾਣੇ ਨੂੰ, ਕੰਗਾਲ ਨੂੰ, ਜਿਸ ਦੇ ਪੱਲੇ ਕੱਖ ਨਾ ਹੋਵੇ। ਦਿਆਲ ਨਾ ਤੁਮ ਸਰ, ਦਿਆਲ ਕਹਿੰਦੇ ਨੇ ਸਾਧ ਸੰਗਤ ਜੀ ਦਇਆ ਕਰਨ ਵਾਲੇ ਨੂੰ, ਰਹਿਮਤਾਂ ਬਖਸ਼ਿਸ਼ਾਂ ਕਰਨ ਵਾਲੇ ਨੂੰ। ਤੇ ਭਗਤ ਜੀ ਕਹਿੰਦੇ ਨੇ ਕਿ ਮੇਰੀ ਕੰਗਾਲਤਾ ਦਾ ਹੁਣ ਹੋਰ ਪਰਤਾਵਾ ਕਰਨ ਦੀ ਲੋੜ ਨਹੀਂ। ਬਚਨੀ ਤੋਰ ਮੋਰ ਮਨ ਮਾਨੈ, ਜਨ ਕੋ ਪੂਰਨ ਦੀਜੈ। ਬਚਨੀ ਤੋਰ ਮੋਰ ਮਨ ਮਾਨੈ, ਜਨ ਕੋ ਪੂਰਨ ਦੀਜੈ। ਬਚਨੀ ਤੋਰ ਤੋਂ ਭਾਵ ਬਚਨੀ ਤੋਰ ਤੇਰੀਆਂ ਗੱਲਾਂ ਕਰਕੇ, ਮੋਰ ਮੇਰਾ ਮਨ ਹੈ, ਮਨ ਜਾਏ ਪਤੀਜ ਜਾਏ, ਪੂਰਨ ਪੂਰਨ ਭਰੋਸਾ। ਹੇ ਸੋਹਣੇ ਰਾਮ, ਮੈਨੂੰ ਦਾਸ ਨੂੰ ਇਹ ਪੂਰਨ ਸਿਦਕ ਬਖਸ਼ ਕਿ ਮੇਰਾ ਮਨ ਤੇਰੀ ਸਿਫਤ ਸਲਾਹ ਦੀਆਂ ਗੱਲਾਂ ਵਿੱਚ ਪਰਚ ਜਾਇਆ ਕਰੇ। ਮੇਰਾ ਮਨ ਤੇਰੀ ਸਿਫਤ ਸਲਾਹ ਦੀਆਂ ਗੱਲਾਂ ਦੇ ਵਿੱਚ ਪਰਚ ਜਾਇਆ ਕਰੇ। ਮੈਨੂੰ ਇਹ ਸਿਦਕ ਬਖਸ਼ਿਸ਼ ਕਰ। ਹੋਂ ਬਲ ਬਲ ਜਾਉ ਰਮਈਆ ਕਾਰਨੇ, ਹੋਂ ਬਲ ਬਲ ਜਾਉ ਰਮਈਆ ਕਾਰਨੇ। ਰਮਈਆ ਕਾਰਨੇ ਤੋਂ ਭਾਵ ਸੋਹਣੇ ਰਾਮ। ਰਮਈਆ ਕਹਿੰਦੇ ਸੋਹਣੇ ਰਾਮ ਨੂੰ, ਸਰਬ ਵਿਆਪਕ ਪ੍ਰਭੂ ਨੂੰ। ਹੋਂ ਬਲ ਬਲ ਜਾਉ, ਮੈਂ ਸੋਹਣੇ ਰਾਮ ਤੈਥੋਂ ਬਲ ਬਲ ਸਦ ਕੇ ਬਲਿਹਾਰ ਜਾਂਦਾ ਹਾਂ। ਹਰ ਜੀ ਸਭੇ ਪ੍ਰਤਪਾਲ ਦਾ, ਘਟ ਘਟ ਰਮਈਆ ਸੋਏ। ਰਮਈਆ ਰੇਣ ਧਾਨ ਜਨ ਪਾਵੋ, ਤੂੰ ਘਰ ਘਰ ਰਮਈਆ ਫੇਰੀ। ਰਮਈਐ ਸਿਉ ਇੱਕ ਬੇਨਤੀ, ਮੇਰੀ ਪੂੰਜੀ ਰਾਖ ਮੁਰਾਰ। ਕਹਿਣ ਤੋਂ ਭਾਵ ਸਾਧ ਸੰਗਤ ਜੀ, ਭਗਤ ਜੀ ਕਹਿ ਰਹੇ ਨੇ ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਕਰਕੇ ਕਿ ਹੇ ਮੇਰੇ ਮਾਲਕ ਜੀ, ਹੇ ਸੋਹਣੇ ਪ੍ਰਭੂ ਜੀ, ਮੈਂ ਤੁਹਾਡੇ ਤੋਂ ਬਲ ਬਲ ਬਲਿਹਾਰ ਸਦਕੇ ਕੁਰਬਾਨ ਵਾਰਨੇ ਜਾਂਦਾ ਹਾਂ। ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਾ ਪਾਰਾ ਵਾਰਿਆ। ਹਰ ਬਿਨ ਜੀਓ ਬਲ ਜਲ ਬਲ ਜਾਉ। ਕਾਰਨ ਕਵਨ ਅਬੋਲ ਰਹਾਉ। ਕਾਰਨ ਕਵਨ ਅਬੋਲ ਰਹਾਉ। ਸਾਧ ਸੰਗਤ ਜੀ, ਇਸ ਪੰਕਤੀ ਨੂੰ ਸਮਝਣ ਦਾ ਯਤਨ ਕਰਿਓ। ਇੱਥੇ ਭਗਤ ਜੀ ਰਹਾਉ ਭਾਵ ਵਿਸ਼ਰਾਮ ਦੇ ਕੇ ਬਖਸ਼ਿਸ਼ ਕਰ ਰਹੇ ਹਨ। ਕਾਰਨ ਕਵਨ ਅਬੋਲ, ਕਾਰਨ ਕਹਿੰਦੇ ਨੇ ਲਈ ਖੇਤਰ ਵਾਸਤੇ। ਕਵਨ ਕਿਸ ਕਾਰਨ, ਅਬੋਲ ਨਹੀਂ ਬੋਲਦਾ। ਤੂੰ ਕਿਸ ਗੱਲੇ ਮੇਰੇ ਨਾਲ ਨਹੀਂ ਬੋਲਦਾ। ਇੱਥੇ ਭਗਤ ਜੀ ਰਹਾਉ ਭਾਵ ਵਿਸ਼ਰਾਮ ਦੇ ਕੇ ਬਖਸ਼ਿਸ਼ ਕਰ ਰਹੇ ਨੇ। ਲਾਲਚ ਕਰੈ ਜੀਵਨ ਪਦ ਕਾਰਨ, ਲੋਚਨ ਕਛੂ ਨਾ ਸੂਝੈ।
ਮਾਇਆ ਕਾਰਨ ਵਿਦਿਆ ਵੇਚੋ ਜਨਮ ਅਬਿਰਥਾ ਜਾਈ। ਇਹ ਆ ਕਾਰਨ ਜਿਹੜੇ ਅਸੀਂ ਕਰਦੇ ਹਾਂ, ਜੋ ਅਸੀਂ ਸਭ ਕੁਝ ਕਰਦੇ ਹਾਂ। ਅਸੀਂ ਲਾਲਚ ਕਰਿਆ ਜੀਵਨ ਪਦ ਕਾਰਨ, ਅਸੀਂ ਜੀਵਨ ਵਿੱਚ ਪਦਵੀਆਂ ਹਾਸਲ ਕਰਨ ਦੇ ਲਈ ਲਾਲਚ ਕਰਦੇ ਹਾਂ। ਲੋਚਨ ਕਛੂ ਨਾ ਸੂਝੇ, ਤੇ ਫਿਰ ਸੁਝਦਾ ਸਾਨੂੰ ਕੁਝ ਵੀ ਨਹੀਂ। ਮਾਇਆ ਕਾਰਨ ਵਿਦਿਆ ਵੇਚੋ ਜਨਮ ਅਬਿਰਥਾ ਜਾਈ। ਤੇ ਭਗਤ ਜੀ ਕਹਿੰਦੇ ਨੇ ਵੀ ਤੂੰ ਦੱਸ ਮਾਲਕਾ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਵੀ ਕੀ ਕਾਰਨ ਆ ਮੇਰੇ ਨਾਲ ਕਿਉਂ ਨਹੀਂ ਬੋਲਦਾ ਸਾਧ ਸੰਗਤ ਜੀ? ਅਸੀਂ ਤਾਂ ਕਦੀ ਨਿਤਨੇਮ ਨਹੀਂ ਕੀਤਾ ਅੰਮ੍ਰਿਤ ਵੇਲੇ ਉੱਠ ਕੇ, ਤੇ ਸਾਡੇ ਨਾਲ ਮਾਲਕ ਅਕਾਲ ਪੁਰਖ ਵਾਹਿਗੁਰੂ ਕਿੱਥੋਂ ਗੱਲਾਂ ਕਰੇਗਾ? ਕਿਤਨੀ ਭਗਤੀ ਹੋਵੇਗੀ ਭਗਤ ਰਵਿਦਾਸ ਜੀ ਦੀ, ਜਿਹੜੇ ਸਿੱਧਾ ਹੀ ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਗੱਲਾਂ ਕਰ ਰਹੇ ਨੇ ਵੀ ਕਾਰਨ ਦੱਸ। ਹਾਂ ਬਲ ਬਲ ਜਾਉ ਰਮਈਆ ਕਾਰਨੇ, ਕਿ ਸੋਹਣੇ ਰਾਮ ਮੈਂ ਤੈਥੋਂ ਸਦਕੇ ਵਾਰਨੇ ਬਲਿਹਾਰਨੇ ਜਾ ਰਿਹਾ, ਤੇ ਕਾਰਨ ਕਮਣੇ ਬੋਲ। ਤੂੰ ਦੱਸ ਕਿਸ ਗੱਲੇ ਮੇਰੇ ਨਾਲ ਨਹੀਂ ਬੋਲਦਾ? ਜਹ ਅਬੋਲ ਤਹ ਮਨ ਨਾ ਰਹਾਵਾਂ। ਕਾਰਨ ਕਮਣੇ ਬੋਲ, ਬੋਲਦਾ ਕਿਉਂ ਨਹੀਂ, ਚੁੱਪ ਕਿਉਂ ਹੈ? ਸੋ ਉਸ ਮਾਲਕ ਨੂੰ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪੁੱਛਦੇ ਨੇ ਵੀ ਕਾਰਨ ਕਿਹੜਾ ਹੈ? ਕਾਰਨ ਕਵਣ, ਕਿਸ ਕਾਰਨ? ਸੰਤ ਕੀ ਮਹਿਮਾ ਕਵਣ ਵਖਾਨੂ। ਸੰਤਾਂ ਦੀ ਮਹਿਮਾ ਸਾਧ ਸੰਗਤ ਜੀ ਮੈਂ ਕਿਹੜੀ ਕਿਹੜੀ ਵਖਿਆਨ ਕਰਾਂ? ਤੁਮ ਸਿਉ ਤੋਰ ਕਵਣ ਸਿਉ ਜੂਰੇ। ਮਾਲਕਾ ਤੈਥੋਂ ਪ੍ਰੀਤ ਤੋੜ ਕੇ ਅਸੀਂ ਕਿਸ ਦੇ ਨਾਲ ਜੋੜੀਏ? ਦੁਨੀਆ ਕੀਆਂ ਵਡਿਆਈਆਂ ਕਮਣੇ ਆਵ ਹੈ ਕਾਮ। ਇਹ ਦੁਨੀਆ ਵਡਿਆਈਆਂ ਕਰਦੀ ਫਿਰਦੀ, ਇਹ ਕਿਹੜੇ ਕੰਮ ਨੇ? ਸਾਡੇ ਕਿਸੇ ਕੰਮ ਨਹੀਂ। ਤੂੰ ਦੱਸ ਕਾਰਨ ਦੱਸ ਸਾਨੂੰ, ਤੂੰ ਸਾਡੇ ਨਾਲ ਕਿਉਂ ਨਹੀਂ ਬੋਲਦਾ? ਸਾਧ ਸੰਗਤ ਜੀ ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਨੂੰ ਭਗਤ ਜੀ ਸੰਬੋਧਨ ਕਰਕੇ ਕਹਿ ਰਹੇ ਨੇ ਕਿ ਮੈਂ ਤਾਂ ਤੈਥੋਂ ਸਦਕੇ ਵਾਰਨੇ ਬਲਿਹਾਰਨੇ ਜਾਂਦਾ ਹਾਂ, ਤੂੰ ਕਿਸ ਗੱਲੇ ਮੇਰੇ ਨਾਲ ਕਿਉਂ ਨਹੀਂ ਬੋਲਦਾ? ਇੱਥੇ ਭਗਤ ਰਵਿਦਾਸ ਜੀ ਸਾਧ ਸੰਗਤ ਜੀ ਰਹਾਓ ਵਿਸ਼ਰਾਮ ਦੇ ਕੇ, ਠਹਿਰਾਓ ਦੇ ਕੇ ਬਖਸ਼ਿਸ਼ ਕਰ ਰਹੇ ਹਨ। ਅਗਲੀ ਪੰਕਤੀ ਦੇ ਅੰਦਰ ਬਖਸ਼ਿਸ਼ ਕਰਦੇ ਨੇ, ਬਹੁਤ ਜਨਮ ਵਿਛੁਰੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ। ਬਹੁਤ ਜਨਮ ਵਿਛੜੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ। ਮਾਧੋ, ਹੇ ਮਾਧੋ, ਤੁਮਾਰੇ ਤੇਰੀ ਯਾਦ ਦੇ ਵਿੱਚ ਵਿਛੜੇ ਹੋਏ। ਭਗਤ ਰਵਿਦਾਸ ਜੀ ਆਖਦੇ ਨੇ ਕਿ ਹੇ ਮਾਧੋ ਜੀ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਕਈ ਜਨਮਾਂ ਜਮਾਂਤਰਾਂ ਤੋਂ ਮੈਂ ਤੈਥੋਂ ਵਿਛੜਿਆ ਆ ਰਿਹਾ ਹਾਂ। ਕਈ ਜਨਮਾਂ ਜਮਾਂਤਰਾਂ ਤੋਂ ਮੈਂ ਤੈਥੋਂ ਵਿਛੜਿਆ ਆ ਰਿਹਾ ਹਾਂ। ਮਿਹਰ ਕਰ ਮੇਰਾ ਇਹ ਜਨਮ ਤੇਰੀ ਯਾਦ ਦੇ ਵਿੱਚ ਬੀਤੇ। ਕਿਰਪਾ ਰਹਿਮਤ ਬਖਸ਼ਿਸ਼ ਕਰ ਮੇਰਾ ਇਹ ਜਨਮ ਜੀਵਨ ਜੂਨ ਉਮਰ ਤੇਰੀ ਯਾਦ ਦੇ ਵਿੱਚ ਬੀਤੇ। ਕਿਤੇ ਇਹ ਨਾ ਹੋਵੇ ਜਨਮ ਬਿਰਥਾ ਜਾਤ ਰੰਗ ਮਾਇਆ ਕੈ। ਜਨਮ ਬਿਰਥਾ ਜਾਤ ਰੰਗ ਮਾਇਆ ਕੈ, ਬਿਨ ਬੂਝੈ ਕਰਮ ਕਮਾਵਨੈ, ਜਨਮ ਪਦਾਰਥ ਖੋਏ। ਨਾਨਕ ਸਫਲ ਜਨਮ ਜੈ ਘਟ ਬੂਠਾ ਸੱਚ ਤਨੀ। ਭਗਤ ਜੀ ਕਹਿੰਦੇ ਨੇ ਕਿ ਮਾਲਕ ਅਕਾਲ ਪੁਰਖ ਵਾਹਿਗੁਰੂ ਜੀ, ਕਿਰਪਾ ਰਹਿਮਤ ਬਖਸ਼ਿਸ਼ ਕਰੋ। ਸਾਡਾ ਇਹ ਜਿਹੜਾ ਮਨੁੱਖਾ ਜਨਮ ਹੈ, ਜੀਵਨ ਹੈ, ਇਹ ਤੁਹਾਡੀ ਯਾਦ ਦੇ ਵਿੱਚ ਬਤੀਤ ਹੋ ਜਾਵੇ। ਬਿਨ ਸਤਿਗੁਰ ਸੇਵੈ ਜਨਮ ਨਾ ਛੂਟੈ, ਜੇ ਅਨੇਕ ਕਰਮ ਕਰੈ ਅਧਿਕਾਈ। ਮਾਧੋ, ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ। ਜੇ ਤੇਰੀ ਸਤ ਸੰਗਤ ਮਿਲ ਜਾਵੇ ਤਾਂ ਹੀ ਇਹ ਮਨੁੱਖਾ ਜਾਮਾ ਸਫਲ ਹੋ ਸਕਦਾ ਏ, ਤਾਂ ਹੀ ਤੇਰੀ ਯਾਦ ਦੇ ਵਿੱਚ ਬੀਤੇਗਾ। ਸਾਧ ਸੰਗਤ ਜੀ, ਜੇ ਅਸੀਂ ਗੁਰੂ ਘਰ ਜਾਵਾਂਗੇ, ਗੁਰੂ ਘਰ ਹਾਜ਼ਰੀ ਭਰਾਂਗੇ,
ਸਤ ਸੰਗਤ ਕਰਾਂਗੇ, ਸੇਵਾ ਸਿਮਰਨ ਕਰਾਂਗੇ, ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਾਂਗੇ ਸਤ ਸੰਗਤ ਦੇ ਵਿੱਚ ਬਹਿ ਕੇ, ਤਦੇ ਹੀ ਤਾਂ ਫਿਰ ਇਹ ਜਿਹੜਾ ਮਨ ਆ ਉਹ ਪਰਮਾਤਮਾ ਦੀ ਯਾਦ ਦੇ ਵਿੱਚ ਬਤੀਤ ਹੋਵੇਗਾ। ਇਸੇ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਗੂਜਰੀ ਰਾਗ ਦੇ ਅੰਦਰ, ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋ ਤਰਿਆ। ਬਹੁਤ ਜਨਮ, ਬਹੁਤ ਜ਼ਿਆਦਾ ਜਨਮਾਂ ਜਮਾਂਤਰਾਂ ਤੋਂ ਵਿਛੜੇ ਥੇ ਮਾਧੋ, ਤੈਥੋਂ ਵਿਛੜੇ ਹੋਏ ਆ। 1,84 ਜੋਨ ਪਰਮਾਈਆ, ਭਾਵ 84 ਲੱਖ ਜੂਨਾ ਭੁਗਤ ਕੇ ਸਾਨੂੰ ਮਨੁੱਖਾ ਦੇਹੀ ਮਿਲੀ ਆ ਸਾਧ ਸੰਗਤ ਜੀ। ਕਿਸ ਵਾਸਤੇ ਮਿਲੀ ਆ? ਵੀ ਤਾਂ ਜੋ ਅਸੀਂ ਪਰਮਾਤਮਾ ਦਾ ਨਾਮ ਜਪ ਕੇ, ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਦੀ ਭਜਨ ਬੰਦਗੀ ਸਿਫਤ ਸਲਾਹ ਕਰਕੇ, ਸੇਵਾ ਸਿਮਰਨ ਕਰਕੇ ਆਪਣਾ ਮਨੁੱਖਾ ਜੀਵਨ ਸਫਲ ਕਰ ਸਕੀਏ ਤੇ ਜਿਉਣ ਮਰਨ ਦੇ ਗੇੜ ਤੋਂ ਮੁਕਤ ਹੋ ਸਕੀਏ। ਇਸੇ ਕਰਕੇ ਭਗਤ ਜੀ ਬਖਸ਼ਿਸ਼ ਕਰ ਰਹੇ ਹਨ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਭਗਤ ਜੀ ਆਖਦੇ ਨੇ ਕਿ ਮੈਂ ਕਈ ਜਨਮਾਂ ਜਮਾਂਤਰਾਂ ਤੋਂ ਤੈਥੋਂ ਵਿਛੜਿਆ ਆ ਰਿਹਾ ਹਾਂ, ਕਿਰਪਾ ਰਹਿਮਤ ਬਖਸ਼ਿਸ਼ ਕਰ, ਇਹ ਮੇਰਾ ਮਨੁੱਖਾ ਜਨਮ ਆ ਤੇਰੀ ਯਾਦ ਦੇ ਵਿੱਚ ਬਤੀਤ ਹੋਵੇ। ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਕਹਿ ਤੋਂ ਭਾਵ ਆਖਦਾ ਹੈ ਭਗਤ ਰਵਿਦਾਸ ਜੀ ਅੱਜ ਦੇ ਪਾਵਨ ਹੁਕਮ ਦੀ ਆਖਰੀ ਪੰਕਤੀ ਦੇ ਅੰਦਰ ਬਖਸ਼ਿਸ਼ ਕਰ ਰਹੇ ਹਨ ਕਿ ਹੇ ਮਾਲਕ ਅਕਾਲ ਪੁਰਖ ਵਾਹਿਗੁਰੂ ਜੀ, ਤੇਰੇ ਦੀਦਾਰ ਕੀਤਿਆਂ ਨੂੰ ਬੜਾ ਚਿਰ ਹੋ ਗਿਆ ਹੈ। ਤੇਰੇ ਦਰਸ਼ਨ ਦੀ ਆਸ ਦੇ ਵਿੱਚ ਮੈਂ ਜਿਉਂਦਾ ਹਾਂ। ਜੀਵੋਂ ਤੋਂ ਭਾਵ ਜਿਉਂਦਾ ਹਾਂ। ਪ੍ਰਿਆ ਦੇਖਤ ਜੀਵੋਂ ਮੇਰੀ ਮਾਈ, ਭਾਵੇਂ ਜੀਵੋ ਕਹਿ ਮਰੋ ਦੂਰੋਂ ਹੀ ਭੱਜ ਜਾਹੇ। ਬਿਨ ਦਰਸ਼ਨ ਕੈਸੇ ਜੀਵੋ ਮੇਰੀ ਮਾਈ। ਬਿਨ ਦਰਸ਼ਨ, ਮਾਲਕ ਅਕਾਲ ਪੁਰਖ ਵਾਹਿਗੁਰੂ ਜੀ, ਤੁਹਾਡੇ ਦਰਸ਼ਨਾਂ ਤੋਂ ਬਿਨਾਂ, ਤੁਹਾਡੇ ਦੀਦਾਰਿਆਂ ਤੋਂ ਬਿਨਾਂ ਮੈਂ ਕਿਵੇਂ ਜੀ ਸਕਦਾ ਹਾਂ। ਪ੍ਰਿਆ ਦੇਖਤ ਜੀਵੋ ਮੇਰੀ ਮਾਈ, ਮੈਂ ਪ੍ਰਿਆ ਨੂੰ ਦੇਖ ਕੇ, ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਨੂੰ ਦੇਖ ਕੇ ਹੀ ਜਿਉਂਦਾ ਹਾਂ, ਭਾਵ ਦਰਸ਼ਨਾਂ ਦੀ ਆਸ ਦੇ ਵਿੱਚ ਜਿਉਂਦਾ ਹਾਂ। ਆਸ ਕਹਿੰਦੇ ਨੇ ਕਾਮਨਾ ਲੋਚਾ ਇੱਛਾ ਨੂੰ। ਏਕੋ ਸ਼ਬਦ ਵਿਚਾਰੀਐ ਅਵਰ ਤਿਆਗੈ ਆਸਾ। ਮੈਂ ਏਹਾ ਆਸ ਇਹੋ ਆਧਾਰ, ਮੇਰੇ ਮਨ ਐਨਸ ਪੂਰ ਰਹੀ ਨਿਤਿਆਸਾ। ਲੋਭ ਗ੍ਰਸਿਓ ਦਸਹੋਂ ਦਿਸ ਧਾਵਤ, ਆਸਾ ਲਾਗਿਓ ਧਨ ਕੀ। ਮਾਲਕ ਅਕਾਲ ਪੁਰਖ ਵਾਹਿਗੁਰੂ ਜੀਓ, ਕਿਰਪਾ ਰਹਿਮਤ ਬਖਸ਼ਿਸ਼ ਕਰੋ। ਤੇਰੇ ਦੀਦਾਰ ਕੀਤਿਆਂ ਨੂੰ ਬੜਾ ਚਿਰ ਹੋ ਗਿਆ ਹੈ ਤੇ ਦਰਸ਼ਨ ਦੀ ਆਸ ਦੇ ਵਿੱਚ ਮੈਂ ਜਿਉਂਦਾ ਹਾਂ। ਕਿਰਪਾ ਕਰੋ, ਰਹਿਮਤ ਬਖਸ਼ਿਸ਼ ਕਰੋ, ਸਾਨੂੰ ਦਰਸ਼ਨ ਦੀਦਾਰੇ ਬਖਸ਼ਿਸ਼ ਕਰੋ, ਤਾਂ ਜੋ ਸਾਡਾ ਆਇਆ ਹੋਇਆ ਇਸ ਸੰਸਾਰ ਦੇ ਉੱਪਰ ਸਫਲ ਹੋ ਜਾਵੇ। ਗੁਰੂ ਪਿਆਰੀ ਸਾਧ ਸੰਗਤ ਜੀ, ਮੇਰੇ ਪਾਤਸ਼ਾਹ ਕਿਰਪਾ ਰਹਿਮਤ ਬਖਸ਼ਿਸ਼ ਕਰਨ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਮੂਹ ਸਿੱਖ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ। ਆਪਣੇ ਦਰੋ ਘਰੋ ਗੁਰਸਿੱਖੀ ਵਾਲਾ ਜੀਵਨ ਨਿਤ ਨੇਮ ਦੀਆਂ ਦਾਤਾ ਬਖਸ਼ਿਸ਼ ਕਰਨ ਤੇ ਦਰਸ਼ਨ ਦੀਦਾਰੇ ਬਖਸ਼ਿਸ਼ ਕਰਨ, ਕਿਉਂਕਿ ਬੜਾ ਚਿਰ ਹੋ ਗਿਆ ਮਾਲਕਾਂ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਦੀਦਾਰਿਆਂ ਕੀਤਿਆਂ ਨੂੰ, ਤੇ ਉਹਨਾਂ ਦੇ ਦਰਸ਼ਨਾਂ ਦੀ ਆਸ ਦੇ ਵਿੱਚ ਜਿਉਂਦੇ ਹਾਂ। ਅਸੀਂ ਵੀ ਦਰਸ਼ਨ ਕਰਕੇ ਆਪਣਾ ਜੀਵਨ ਆ ਜਿਹੜਾ ਉਹ ਸਫਲ ਕਰ ਸਕੀਏ। ਪਾਤਸ਼ਾਹ ਕਿਰਪਾ ਰਹਿਮਤ ਬਖਸ਼ਿਸ਼ ਕਰਨ। ਗੁਰੂ ਪਿਆਰੀ ਸਾਧ ਸੰਗਤ ਜੀਓ, ਵਿਚਾਰ ਕਰਦਿਆਂ, ਬਾਣੀ ਪੜ੍ਹਦਿਆਂ ਦਾਸਰਿਆਂ ਤੋਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਤਰੁੱਟੀਆਂ ਹੋ ਗਈਆਂ ਹੋਣਗੀਆਂ। ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ ਜੀ, ਬਖਸ਼ ਲੈਣਾ। ਇਤਨੀਆਂ ਕੁ ਬੇਨਤੀਆਂ, ਇਤਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਨੀਆਂ ਜੀ। ਭੁੱਲ ਚੁੱਕ ਦੀ ਖਿਮਾ, ਗੱਜ ਕੇ ਫਤਿਹ ਬੁਲਾਓ ਜੀ। ਦਿਓ ਪਿਆਰ ਨਾਲ ਅਸੀਸ, ਕਹੋ ਵਾਹਿਗੁਰੂ ਜੀ ਕਾ ਖਾਲਸਾ।